सत श्री अकाल, मैं ਤੁਹਾਡੇ ਨਾਲ ਜਸਮੀਤ। ਤੁਸੀਂ ਵੇਖ ਰਹੇ ਹੋ ਫਾਸਟ ਵੇ ਨਿਊਜ਼। ਬੀਤੇ ਕੱਲ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਉਸ ਵੇਲੇ ਹੰਗਾਮਾ ਹੁੰਦਾ ਹੈ ਜਦੋਂ ਵੀਸੀ ਨੂੰ ਬੈੱਡ ਤੇ ਲੇਟਣ ਦੇ ਲਈ ਕਹਿ ਦਿੱਤਾ ਜਾਂਦਾ ਹੈ। ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਤੂਫਾਨੀ ਫੇਰੀ ਤੇ ਨਿਕਲਦੇ ਨੇ, ਹਸਪਤਾਲ ਦਾ ਜਾਇਜ਼ਾ ਲੈਂਦੇ ਨੇ। ਵੀਸੀ ਡਾਕਟਰ ਰਾਜ ਬਹਾਦਰ ਨੂੰ ਕਹਿੰਦੇ ਨੇ ਕਿ ਇਸ ਗੱਦੇ ਤੇ ਤੁਸੀਂ ਖੁਦ ਲੇਟੋ। ਉਸ ਤੋਂ ਬਾਅਦ ਅੱਜ ਕੀ ਹੁੰਦਾ ਹੈ ਕਿ ਵੀਸੀ ਸਾਹਿਬ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਅਸਤੀਫਿਆਂ ਦੀ ਝੜੀ ਮੈਡੀਕਲ ਡਿਪਾਰਟਮੈਂਟਸ ਦੇ ਵਿੱਚ ਲੱਗ ਜਾਂਦੀ ਹੈ। ਬਹੁਤ ਸਾਰੇ ਅਸਤੀਫੇ ਨੇ ਜਿਹੜੇ ਦੇ ਦਿੱਤੇ ਜਾਂਦੇ ਨੇ, ਪੋਲੀਟੀਕਲ ਰਿਐਕਸ਼ਨਸ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ। ਇਸੇ ਤੇ ਅਸੀਂ ਅੱਜ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਡਾਕਟਰ GS ਗਰੇਵਾਲ, ਸਾਬਕਾ ਪ੍ਰਧਾਨ ਨੇ ਪੰਜਾਬ ਮੈਡੀਕਲ ਕੌਂਸਲ ਦੇ, ਪ੍ਰਿੰਸੀਪਲ ਕੁਲਦੀਪ ਸਿੰਘ ਕਲਸੀ ਨੇ, ਸਿਆਸੀ ਤੇ ਸਿੱਖਿਆ ਮਾਮਲਿਆਂ ਦੇ ਮਾਹਰ ਨੇ, ਪ੍ਰੋਫੈਸਰ ਮਨਜੀਤ ਸਿੰਘ ਜੀ ਨੇ, ਮਾਹਰ ਨੇ ਸਿਆਸੀ ਤੇ ਸਿੱਖਿਆ ਮਾਮਲਿਆਂ ਦੇ। ਸਾਡੇ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਹਿਲਾਂ ਤਾਂ ਤੇ ਮੇਰਾ ਪਹਿਲਾ ਸਵਾਲ ਗਰੇਵਾਲ ਸਾਹਿਬ ਤੋਂ ਹੈ, ਕਿਉਂਕਿ ਮੈਡੀਕਲ ਫੀਲਡ ਦੇ ਨਾਲ ਜੁੜੇ ਹੋਏ ਨੇ। ਤਾਂ ਗਰੇਵਾਲ ਸਾਹਿਬ, ਇੱਕ ਸਵਾਲ ਇਹ ਕਿ ਤੁਹਾਡਾ ਵੀ ਲੰਮਾ ਚੌੜਾ ਤਜਰਬਾ ਰਿਹਾ ਹੋਣਾ, ਅਜਿਹਾ ਹੋਣਾ ਤੁਸੀਂ ਕਿਸ ਤਰੀਕੇ ਦੇ ਨਾਲ ਲੈਂਦੇ ਹੋ? ਇਹ ਬੀਬਾ ਜੀ ਸਾਰਾ ਕੰਮ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਹੋਇਆ। ਕੋਈ ਵੀ ਇੰਨਾ ਕਮਲਾ ਨਹੀਂ ਹੁੰਦਾ ਕਿ ਆਪਣੇ ਵਾਈਸ ਚਾਂਸਲਰ ਨੂੰ ਕੋਲ ਖੜਾ ਕਰਕੇ ਨਾਲ 10-15 ਬੰਦੇ ਲਿਜਾ ਕੇ ਮੰਤਰੀ ਤੇ ਨਾਲ ਕੋਈ ਕੈਮਰੇ ਦੇ ਰਿਕਾਰਡ ਕਰਾਵੇ ਕਿ ਤੂੰ ਇੱਥੇ ਪੈ, ਤੂੰ ਇੱਥੇ ਪੈ, ਚੱਲ ਮੇਰੇ ਨਾਲ ਉੱਥੇ ਸਟੋਰ ਤੇ। ਇਹ ਕਿਸੇ ਮਿਨਿਸਟਰ ਦਾ ਕੋਈ ਇਹ ਬੋਲਣ ਦਾ ਤਰੀਕਾ ਨਹੀਂ ਹੈ। ਇਹ ਕਿਸੇ ਸਾਜ਼ਿਸ਼ ਥੱਲੇ, ਕਿਉਂਕਿ ਡਾਕਟਰ ਰਾਜ ਬਹਾਦਰ ਇੱਕ ਬੜਾ ਸਾਦਾ ਚਿੱਟਾ ਪੂਰਾ ਅਪਰਾਈਟ ਆਦਮੀ ਹੈ। ਉਸ ਆਦਮੀ ਨੂੰ, ਕਿਉਂਕਿ ਉਹ ਕਿਸੇ ਦੀ ਨਾ ਸਿਫਾਰਿਸ਼ ਮੰਨੇ, ਬਗੈਰ ਮੈਰਿਟ ਤੋਂ ਕੁਝ ਕੰਮ ਨਹੀਂ ਕਰਦਾ, ਉਸ ਤੇ ਕਾਫੀ ਦੁਨੀਆ ਔਖੀ ਵੀ ਸੀ ਇਸ ਗੱਲੋਂ। ਉਸ ਚੀਜ਼ ਦਾ ਬਦਲਾ ਲੈਣ ਲਈ ਇਹ ਇੱਕ ਸਾਜ਼ਿਸ਼ ਘੜੀ ਗਈ ਆ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਦਿੱਲੀ ਮਾਡਲ ਇਹਨਾਂ ਦਾ ਇਹੀ ਆ ਕਿ ਤੁਸੀਂ ਜਾ ਕੇ ਵੱਡੇ ਵੱਡੇ ਸੀਨੀਅਰ ਡਾਕਟਰਸ ਦੀ ਉੱਥੇ ਜਾ ਕੇ ਹੱਤਕ ਕਰੋ? ਮੈਂ ਡਾਕਟਰ ਰਾਜ ਬਹਾਦਰ ਨੂੰ ਪਿਛਲੇ 45 ਸਾਲਾਂ ਤੋਂ ਜਾਣਦਾ ਸੀ, PGI ਇਕੱਠੇ ਹੁੰਦੇ ਸੀ ਦੋਨੇ, ਤੇ ਉਦੋਂ ਤੋਂ ਅੱਜ ਤੱਕ ਇਸ ਬੰਦੇ ਦੇ ਖਿਲਾਫ ਇੱਕ ਵੀ ਪੈਸੇ ਦਾ ਕਦੇ ਕੋਈ ਇਲਜ਼ਾਮ ਨਹੀਂ ਲੱਗਿਆ, ਕਦੇ ਕੋਈ ਮੈਡੀਕੋ ਲੀਗਲ ਕੇਸ ਨਹੀਂ ਗਲਤ ਹੋਇਆ ਇਹਦਾ। ਅੱਜ ਤੱਕ ਉਹ ਸੱਚ ਬੋਲਿਆ, ਚਾਹੇ ਉਹਦਾ ਕੋਈ ਸਕਾ ਹੋਵੇ, ਚਾਹੇ ਕੋਈ ਉਹਦਾ ਆਪਣਾ ਉਲਟ ਵਾਲਾ ਹੋਵੇ। ਇਹੋ ਜਿਹੇ ਬੰਦੇ ਨੂੰ ਤੁਸੀਂ ਮੰਜੇ ਤੇ ਪਾ ਕੇ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕਿ ਵੀ ਤੁਸੀਂ ਡਾਕਟਰਾਂ ਦੀ ਹੱਤਕ ਕਰੋ? ਡਾਕਟਰ ਆਲਰੇਡੀ ਇਸ ਚੀਜ਼ ਦੇ ਥੱਲੇ ਬਹੁਤ ਔਖੇ ਨੇ ਕਿ ਵਾਇਲੈਂਸ ਅਗੇਂਸਟ ਦੀ ਡਾਕਟਰ ਜਿਹੜਾ ਹੈਗਾ, ਹਰ ਕੋਈ ਆਦਮੀ ਡਾਕਟਰ ਦੇ ਗਲ ਪੈਂਦਾ। ਬਿਲਕੁਲ ਗਰੇਵਾਲ ਸਾਹਿਬ, ਮੈਂ ਤੁਹਾਡੇ ਵੱਲ ਆਉਣੀ ਹਾਂ। ਜਿਸ ਤਰ੍ਹਾਂ ਕਿ ਤੁਸੀਂ ਵੀ ਦੱਸਿਆ ਕਿ ਕਦੇ ਵਾਇਲੈਂਸ ਦੇ ਕੇਸ ਆਉਂਦੇ ਨੇ, ਹਸਪੀਟਲ ਦੇ ਵਿੱਚ ਆ ਕੇ ਡਾਕਟਰ ਨਾਲ ਮਾਰਕੁੱਟ ਕੀਤੀ ਜਾਂਦੀ ਹੈ, ਕਦੇ ਉਹਨਾਂ ਨੂੰ ਧਮਕਾਇਆ ਜਾਂਦਾ। ਤੇ ਮੇਰਾ ਅਗਲਾ ਸਵਾਲ ਮਨਜੀਤ ਜੀ ਤੋਂ ਹੈ। ਮਨਜੀਤ ਜੀ, ਜਿਸ ਤਰ੍ਹਾਂ ਕਿ ਗਰੇਵਾਲ ਸਾਹਿਬ ਦਾ ਕਹਿਣਾ ਕਿ ਘੜੀ ਮਿਥੀ ਇਹ ਸਾਜ਼ਿਸ਼ ਸੀ, ਉਸੇ ਤਹਿਤ ਅਜਿਹਾ ਕੀਤਾ ਗਿਆ। ਡਾਕਟਰ ਸਾਹਿਬ ਕਰੀਬ 25-30 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਨੇ, ਔਰ ਇੱਕ ਤਜਰਬਾ ਅਸੀਂ ਵੀ ਕੀਤਾ ਹੈ ਕਿ ਉਹ ਸਰਕਾਰੀ ਹਸਪਤਾਲ ਦੇ ਵਿੱਚ ਹੀ ਟ੍ਰੀਟਮੈਂਟ ਕਰਦੇ ਨੇ, ਚਾਹੇ ਉਹ ਫਰੀਦਕੋਟ ਹੁੰਦੇ ਨੇ। ਜੇ ਉਹਨਾਂ ਨੇ ਆਪਰੇਟ ਨੇੜੇ ਕਰਨਾ ਤਾਂ ਮੋਹਾਲੀ ਵਾਲੇ ਹਸਪੀਟਲ ਦਾ ਕਹਿ ਦਿੰਦੇ ਨੇ ਕਿ ਉੱਥੇ ਜਾਂਦੇ ਆ, ਉੱਥੇ ਕਰਦੇ ਆ, ਉੱਥੇ ਵਧੀਆ ਚੀਜ਼ਾਂ ਨੇ ਤੁਹਾਨੂੰ ਮਿਲ ਜਾਣਗੀਆਂ। ਤੇ ਹੁਣ ਜੋ ਚੀਜ਼ਾਂ ਸਾਹਮਣੇ ਆਈਆਂ ਨੇ ਉਸ ਨੂੰ ਲੈ ਕੇ ਸਰਕਾਰ ਵੀ ਘਿਰੀ ਹੋਈ ਹੈ। ਤੁਹਾਡਾ ਨਜ਼ਰੀਆ ਕੀ ਹੈ ਇਸ ਨੂੰ? ਦੇਖੋ ਇਹ ਜਿਹੜੀਆਂ ਅਪਾਇੰਟਮੈਂਟ ਮਿਨਿਸਟਰਾਂ ਦੀਆਂ ਹੁੰਦੀਆਂ, ਉਹ ਪੋਲੀਟੀਕਲ ਅਪਾਇੰਟਮੈਂਟਸ ਹੈਗੀਆਂ। ਕੇਜਰੀਵਾਲ ਨੇ ਉਹਨਾਂ ਨੂੰ ਉੱਥੇ ਲਾਇਆ, ਸਿੰਗਲਾ ਨੂੰ ਹਟਾ ਕੇ ਜਦੋਂ ਇਹਨਾਂ ਨੂੰ ਲਾਇਆ। ਤੇ ਦੇਖਣਾ ਤੇ ਚਾਹੀਦਾ ਸੀ ਕਿ ਬੰਦਾ ਕਿਸ ਜੌਬ ਦੇ ਕਿਸ ਤਰ੍ਹਾਂ ਫਿੱਟ ਆ, ਇਹ ਕਿਵੇਂ ਲੱਗੇ, ਕਿਉਂ ਲੱਗੇ। ਇਹ ਤੇ ਹੁਣ ਸਾਹਮਣੇ ਲੋਕ ਪੁੱਛਣਗੇ ਨਾ ਕਿ ਡਾਕਟਰਾਂ ਨੂੰ ਛੱਡ ਕੇ ਇਹਨਾਂ ਨੂੰ ਕਿਉਂ ਲਾਇਆ, ਕਿਹੜੀ ਖਾਸੀਅਤ ਸੀ? ਆਹ ਕੁਝ ਦੇਖਿਆ ਸੀਗਾ? ਜਿਸ ਬੰਦੇ ਨੇ ਕਿਸੇ ਕਾਲਜ ਤੇ ਯੂਨੀਵਰਸਿਟੀ ਦਾ ਗੇਟ ਨਾ ਦੇਖਿਆ ਹੋਵੇ, ਉਹਨੂੰ ਤੁਸੀਂ ਚੱਕ ਕੇ ਉਹ ਬੰਦਾ ਮੋਢਿਓਂ ਫੜ ਕੇ ਉਸ ਬਿਸਤਰੇ ਤੇ ਲੰਮੇ ਪਾਉਂਦਾ ਤੇ ਨਾਲ ਵੀਡੀਓ ਬਣਾਉਂਦਾ, ਇਹ ਦੱਸਣ ਲਈ ਕਿ ਮੈਂ ਮਿਨਿਸਟਰ ਆ ਤੇ ਤੂੰ ਕੌਣ ਹੁੰਨਾ? ਹੱਦ ਹੋ ਗਈ ਆ ਯਾਰ, ਕੁਝ ਸ਼ਰਮ ਕਰੋ। ਅਸੀਂ ਤੇ ਆਪਣੇ ਬਜ਼ੁਰਗਾਂ ਨੂੰ ਘਰ 'ਚ ਇੰਝ ਡੀਲ ਕਰਦੇ ਆ। ਉਹ ਤੇ ਇੱਕ ਪੂਰੇ ਦੇਸ਼ ਵਿੱਚ ਰੀੜ ਦੀ ਹੱਡੀ ਦੇ ਐਕਸਪਰਟ ਜਾਣੇ ਮਾਣੇ ਆ। ਮੈਂ ਪਰਸਨਲੀ ਉਹਨਾਂ ਨੂੰ ਮਿਲਿਆ। ਇੱਥੇ ਡਾਇਰੈਕਟਰ ਸੀਗੇ 32 ਸੈਕਟਰ ਜਿਹੜਾ ਗਵਰਨਮੈਂਟ ਹਸਪੀਟਲ ਹੈ, ਇੱਥੇ ਵੀ ਉਹ 10-12 ਹਸਪਤਾਲਾਂ 'ਚ ਕੰਮ ਕਰ ਚੁੱਕੇ ਆ। ਇਸ ਤਰੀਕੇ ਨਾਲ ਤੁਸੀਂ ਆਪਣੀ ਦਾਦਾਗਿਰੀ ਦਿਖਾ ਕੇ ਤੁਸੀਂ ਲੋਕਾਂ ਤੋਂ ਕੰਮ ਲੈ ਲਓਗੇ। ਆ ਥੋੜੇ ਦਿਨ ਪਹਿਲਾਂ ਜਲੰਧਰ ਦੇ ਵਿੱਚ ਇਹੋ ਹੀ ਉਹ PCS ਅਫਸਰਾਂ ਦੇ ਨਾਲ ਉਹ ਕਹਿੰਦੇ ਅਸੀਂ ਫਿਰ ਹੜਤਾਲ ਤੇ ਜਾਵਾਂਗੇ ਜੇ ਸਾਡੇ ਨਾਲ ਅੰਗਰਾਲ ਵਗੈਰਾ ਨੇ ਜਾ ਕੇ ਇਹੋ ਜੀ ਦਾਦਾਗਿਰੀ ਕੀਤੀ। ਮਨਜੀਤ ਜੀ, ਕਲਸੀ ਜੀ ਤੋਂ ਵੀ ਉਹਨਾਂ ਦਾ ਪੁਆਇੰਟ ਆਫ ਵਿਊ ਲੈ ਲੈਣੇ ਆ। ਆਪਣਾ ਛੋਟਾਪਣ ਦਿਖਾ ਰਹੇ ਆ। ਮੈਂ ਤੁਹਾਡੇ ਵੱਲ ਆਣੀ ਹਾਂ। ਮਨਜੀਤ ਜੀ ਦਾ ਵੀ ਕਲਸੀ ਜੀ ਦਾ ਵੀ ਪੁਆਇੰਟ ਆਫ ਵਿਊ ਲਵਾਂਗੇ। ਕਲਸੀ ਜੀ, ਲੱਗਦਾ ਨਹੀਂ ਕਿ ਤਜਰਬੇ ਦੀ ਘਾਟ ਹੈ ਸਰਕਾਰ ਦੇ ਮੰਤਰੀਆਂ ਦੇ ਕੋਲੇ? ਮੈਡਮ ਬਿਲਕੁਲ ਵਾਜਬ ਜਿਹੜਾ ਮੰਤਰੀ ਹੈਗਾ, ਮੰਤਰੀ ਨੇ ਨਾ ਤਾਂ ਨਾ ਹੀ ਉਹਨੂੰ ਮੈਡੀਕਲ ਫੀਸ, ਨਾ ਹੀ ਉਹਨੂੰ ਇੰਨੀ ਘੱਟ ਹੈ ਕਿ ਵਾਈਸ ਚਾਂਸਲਰ ਨਾਲ
ਔਰ ਖਾਸ ਤੌਰ ਸਟੇਟ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜਾ ਕਿ ਹੈਲਥ ਸੇਵਾਵਾਂ ਦੇ ਰਹੇ, ਔਰ ਇੱਕੋ ਇੱਕ ਪੰਜਾਬ ਦੀ ਯੂਨੀਵਰਸਿਟੀ ਹੈ ਜਿਹੜੀ ਕਿ ਸਟੇਟ ਦੀ ਯੂਨੀਵਰਸਿਟੀ ਹੈਲਥ ਸੇਵਾਵਾਂ ਦੇ ਰਹੀ ਹੈਗੀ ਹੈ, ਉਸ ਦੇ ਵਾਈਸ ਚਾਂਸਲਰ ਨਾਲ ਗੱਲ ਕਿਵੇਂ ਕਰਨੀ ਹੈ। ਇਸ ਕਰਕੇ ਇਹ ਬਹੁਤ ਹੀ ਦੁਖਦ ਹੈ। ਸਾਨੂੰ ਬਹੁਤ ਪੀੜਾ ਹੈ ਇਸ ਗੱਲ ਦੀ ਕਿ ਕਿਸੇ ਵਾਈਸ ਚਾਂਸਲਰ ਨੇ ਕਿੱਦਾਂ ਨਹੀਂ ਕਰਨਾ। ਵਾਈਸ ਚਾਂਸਲਰ ਨੂੰ ਮੈਨੂੰ ਯਾਦ ਹੈ ਕਿ ਇਹ ਬਹੁਤ ਹੀ ਜਿਹੜੇ ਇੱਥੋਂ ਦੀ ਵਾਈਸ ਚਾਂਸਲਰ ਨੇ ਬਹੁਤ ਕੁਆਲੀਫਾਈਡ ਨੇ। ਮੇਰੇ ਨਾਲ ਸੈਨੇਟ ਜਿਨ੍ਹਾਂ ਨੇ ਪੰਜਾਬ ਸੈਨੇਟ ਕੰਮ ਕੀਤਾ ਹੈਗਾ, ਬਹੁਤ ਇਮਾਨਦਾਰ ਤੇ ਬਹੁਤ ਸੁਲਝੇ ਹੋਏ ਵਾਈਸ ਚਾਂਸਲਰ ਨੇ ਜਿਹੜੇ ਰਾਜਨੀਤਿਕ ਸਿਫਾਰਸ਼ਾਂ ਘੱਟ ਮੰਨਦੇ ਨੇ। ਉਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਔਰ ਇਹ ਬਹੁਤ ਮੰਦਭਾਗਾ ਹੈਗਾ। ਬਿਲਕੁਲ, ਛਵੀ ਨੂੰ ਧੂਮਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਗਰੇਵਾਲ ਸਾਹਿਬ, ਮੇਰਾ ਅਗਲਾ ਸਵਾਲ ਤੁਹਾਡੇ ਤੋਂ ਹੈ। ਤੁਸੀਂ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਇਸ ਪ੍ਰੋਫੈਸ਼ਨ ਦੇ ਨਾਲ ਵੀ, ਕੀ ਤੁਹਾਡਾ ਕਦੇ ਪਹਿਲਾਂ ਵੀ ਇਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿ ਕਦੇ ਕਿਸੇ ਮੰਤਰੀ ਨੇ ਆ ਕੇ ਇਸ ਅਹੁਦੇ ਤੇ ਬੈਠੇ ਹੋਏ ਇੱਕ ਇਮਾਨਦਾਰ ਡਾਕਟਰ ਦੇ ਨਾਲ ਅਜਿਹਾ ਸਲੂਕ ਕੀਤਾ ਹੋਵੇ? ਬੀਬਾ ਜੀ, ਮੈਂ ਤੇ ਡਾਕਟਰ ਰਾਜ ਬਹਾਦਰ ਇੱਕੋ ਜਿਹੀ ਉਮਰ ਆ ਸਾਡੀ, ਇੱਕੋ ਸਾਲ ਸਾਡਾ ਪੈਦਾਇਸ਼ ਦਾ ਜੀ। ਮੇਰਾ ਖਿਆਲ ਮੇਰੀ ਜ਼ਿੰਦਗੀ 'ਚ ਮੈਂ ਪਹਿਲੀ ਵਾਰੀ ਦੇਖਿਆ, ਅਸੀਂ ਪੀਜੀਆਈ ਸੁਣਦੇ ਸੀਗੇ, ਉੱਥੇ ਮਿਸਿਸ ਇੰਦਰਾ ਗਾਂਧੀ ਐਜ਼ ਏ ਪ੍ਰਾਈਮ ਮਿਨਿਸਟਰ ਆਈ ਸੀ। ਡਾਕਟਰ ਚਟਾਨੀ ਉੱਥੇ ਡਾਇਰੈਕਟਰ ਹੁੰਦੇ ਸੀ, ਪੀਐਨ ਚਟਾਨੀ, ਬੜੇ ਮਸ਼ਹੂਰ ਡਾਕਟਰ ਹੈ ਜੀ। ਇੰਦਰਾ ਗਾਂਧੀ ਨੇ ਹੱਥ ਜੋੜੇ ਸੀ ਤੇ ਡਾਕਟਰ ਸਾਹਿਬ ਸਿਰਫ ਚਿੱਟਾ ਕੋਟ ਪਾ ਕੇ ਸਾਹਮਣੇ ਖੜੇ ਸੀ। ਇਹ ਹੁੰਦੀ ਆ ਡਾਕਟਰ ਦੀ ਰਿਸਪੈਕਟ। ਬਿਲਕੁਲ। ਫਿਰ ਦੇਖੋ ਉੱਥੇ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਗਿਆ, ਡਾਕਟਰ ਚਟਾਨੀ ਡਾਇਰੈਕਟਰ ਸੀ, ਉਹਨੇ ਉਹਨਾਂ ਨੂੰ ਸ਼ਿਕਾਇਤ ਲਾਈ, ਕਹਿੰਦਾ ਜੀ ਡਾਕਟਰ ਸਾਹਿਬ ਤੁਹਾਡੇ ਹਸਪਤਾਲ ਦੇ ਬਾਥਰੂਮ ਸਾਫ਼ ਨਹੀਂ। ਉਹ ਕਹਿੰਦੇ ਦਿਖਾਓ ਜੀ। ਦੇਖਿਆ ਉਹਨਾਂ ਨੇ, ਡਾਕਟਰ ਸਾਹਿਬ ਨੇ ਦੇਖਿਆ ਕਿ ਜੀ ਇਸ ਕੀ ਗਲਤੀ ਆ। ਉਦੋਂ ਬਾਅਦ ਉਹਨਾਂ ਨੇ ਕਿਹਾ ਤੁਸੀਂ ਆਪਣੇ ਸਿਵਲ ਸੈਕਟਰੀਏਟ ਦੇ ਬਾਥਰੂਮ ਜਾ ਕੇ ਦੇਖੋ, ਜੇ ਉਹ ਇਸ ਤੋਂ ਮਾੜੇ ਹੋਏ ਤਾਂ ਮੈਂ ਜ਼ਿੰਮੇਵਾਰ ਆ। ਉਦੋਂ ਬਾਅਦ ਉਦੋਂ ਮੁੱਖ ਮੰਤਰੀ ਨੂੰ ਆਪਣਾ ਸਿਰ ਨੀਵਾਂ ਕਰਨਾ ਪਿਆ। ਮੇਰਾ ਕਹਿਣ ਦਾ ਮਤਲਬ ਇਹ ਇੱਕ ਬੰਦਾ ਦੇਖੋ, ਕੱਲ ਇੰਨੀ ਉਹਨਾਂ ਨੇ ਹੱਤਕ ਕੀਤੀ, ਹੱਤਕ ਕਰਨ ਦੇ ਬਾਵਜੂਦ ਰਾਤ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਆਪਣਾ। ਅਸਤੀਫਾ ਦੇਣ ਦੇ ਬਾਵਜੂਦ ਵੀ ਅੱਜ ਮੋਹਾਲੀ ਵਿੱਚ ਉਹ ਆਪਣੀ ਕਲੀਨਿਕ ਲਾ ਕੇ ਬੈਠੇ ਰਹੇ, ਕਿਉਂਕਿ ਇਸ ਕਰਕੇ ਨਹੀਂ ਕਿ ਵੀ ਉਹ ਸਰਕਾਰ ਤੇ ਖੁਸ਼ ਸੀ, ਇਸ ਕਰਕੇ ਖੁਸ਼ ਸੀ ਕਿ ਜਿਹੜੇ ਮਰੀਜ਼ ਮੇਰੇ ਕੋਲ ਆਉਂਦੇ ਆ 3-3 ਮਹੀਨੇ ਦੀ ਵੇਟਿੰਗ ਲਿਸਟ ਆ ਉਹਨਾਂ ਦੀ। ਜੀ ਬਿਲਕੁਲ। ਬਈ ਉਹ ਨਾ ਕੋਈ ਗਰੀਬ ਆਦਮੀ ਦੁਬਾਰਾ ਆਇਆ ਖਰਾਬ ਹੋਵੇ, ਤੇ ਇਸ ਕਰਕੇ ਨਹੀਂ ਸੀਗਾ ਕਿ ਵੀ ਇਹਨਾਂ ਨੂੰ ਖੁਸ਼ ਕਰਨ ਲਈ ਜਾਂ ਇਹਨਾਂ ਦਬੇ ਹੋਏ ਕਰਕੇ। ਇਹ ਸਰਕਾਰ ਦਾ ਨੁਕਸਾਨ ਆ, ਪੰਜਾਬ ਦਾ ਨੁਕਸਾਨ ਆ, ਡਾਕਟਰੀ ਕਿੱਤੇ ਦਾ ਨੁਕਸਾਨ ਆ। ਤੇ ਮੈਸੇਜ ਜਿਹੜਾ ਭੇਜਿਆ ਮੰਤਰੀ ਨੇ, ਇੱਕ ਬਹੁਤ ਗਲਤ ਮੈਸੇਜ ਭੇਜਿਆ ਸਾਰੀ ਮੈਡੀਕਲ ਫਰਟਰਨਿਟੀ ਨੂੰ। ਬਿਲਕੁਲ, ਇੱਕ ਗਲਤ ਮੈਸੇਜ ਹੈ ਜਿਹੜਾ ਉਹ ਗਿਆ ਹੈ। ਡਾਕਟਰਸ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਗਲਤ ਮੈਸੇਜ ਗਿਆ, ਜਨਤਾ ਦੇ ਵਿੱਚ ਵੀ ਗਿਆ। ਹਾਲਾਂਕਿ ਜਨਤਾ ਜਿਹੜੀ ਡਾਕਟਰ ਸਾਹਿਬ ਦੇ ਨਾਲ ਵਧੇਰੇਤਰ ਖੜੀ ਹੋਈ ਨਜ਼ਰ ਆਉਂਦੀ ਹੈ। ਪਰ ਮਨਜੀਤ ਜੀ, ਇੱਥੇ ਸਵਾਲ ਤੁਹਾਡੇ ਤੋਂ ਇਹ ਹੈ ਕਿ ਜਿਸ ਤਰ੍ਹਾਂ ਸਰਕਾਰ ਲਗਾਤਾਰ ਕੁਝ ਨਾ ਕੁਝ ਸਾਹਮਣੇ ਹੋ ਰਿਹਾ ਹੈ, ਕਈ ਵਾਰ ਕੋਈ ਫੈਸਲਾ ਲੈ ਲਿਆ, ਫੈਸਲੇ ਤੋਂ ਫਿਰ ਉਲਟਾ ਹੋ ਗਿਆ, ਫੈਸਲਾ ਲੈ ਕੇ ਦੁਬਾਰਾ ਆਪਣੇ ਫੈਸਲੇ ਤੇ ਹੀ ਫਿਰ ਪੁਨਰ ਵਿਚਾਰ ਕਰ ਲਿਆ। ਹੁਣ ਰਾਜ ਬਹਾਦਰ ਸਾਹਿਬ ਦੇ ਨਾਲ ਅਜਿਹੀ ਬਦਸਲੂਕੀ, ਉਹ ਅਜਿਹੇ ਡਾਕਟਰ ਨੇ ਮੇਰੀ ਨਜ਼ਰ ਦੇ ਵਿੱਚ, ਜਿੱਥੋਂ ਤੱਕ ਮੈਂ ਉਹਨਾਂ ਨੂੰ ਜਾਣਦੀ ਹਾਂ, ਕਿ ਉਹ ਇੱਕ ਵੱਡੇ ਕਾਲਜਾਂ ਤੋਂ ਪੜ੍ਹੇ ਹੋਏ ਨੇ, ਫੋਰਨ ਦੇ ਵਿੱਚ ਪੜ੍ਹੇ ਹੋਏ ਨੇ, ਚਾਹੁੰਦੇ ਤਾਂ ਆਪਣਾ ਇੱਕ ਚੰਗਾ ਹਸਪੀਟਲ ਖੋਲ ਕੇ ਬੈਠ ਸਕਦੇ ਸੀ, ਚੰਗਾ ਲੁੱਟ ਕਰ ਸਕਦੇ ਸੀ ਲੋਕਾਂ ਦੇ ਨਾਲ, ਪਰ ਫਿਰ ਵੀ ਉਹ ਸਰਕਾਰੀ ਡਾਕਟਰ ਦੇ ਤੌਰ ਤੇ ਸੇਵਾਵਾਂ ਦੇ ਰਹੇ ਨੇ। ਅਜਿਹੇ ਦੇ ਵਿੱਚ ਉਹਨਾਂ ਨੂੰ ਰਿਵਾਰਡ ਤੱਕ ਹੀ ਦਿੱਤਾ ਜਾਣਾ ਚਾਹੀਦਾ ਸੀ। ਸਰਕਾਰ ਦੇ ਮੰਤਰੀਆਂ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ, ਬਦਖੋਹੀ ਕੀਤੀ ਗਈ ਹੈ। ਦੇਖੋ ਮੈਡਮ, ਜੇ ਚੰਨ ਤੇ ਥੁੱਕੋਗੇ ਤੇ ਆਪਣੇ ਤੇ ਹੀ ਪਾਊਗਾ। ਇਹ ਜਿਹੜਾ ਇਹਨਾਂ ਨੇ ਕੰਮ ਕੀਤਾ, ਉਹ ਡਾਕਟਰ ਰਾਜ ਬਹਾਦਰ ਦੀ ਕੋਈ ਬੇਇੱਜ਼ਤੀ ਨਹੀਂ ਹੋਈ, ਉਹ ਸਮੁੱਚੇ ਉਹਨਾਂ ਇਮਾਨਦਾਰ ਲੋਕਾਂ ਦੀ, ਭਾਵੇਂ ਉਹ ਡਾਕਟਰ ਆ, ਭਾਵੇਂ ਇੰਜੀਨੀਅਰ ਆ, ਭਾਵੇਂ ਉਹ ਅਫਸਰ ਹੈ, ਤੇ ਭਾਵੇਂ ਖੇਤਾਂ 'ਚ ਕੰਮ ਕਰਦੇ, ਉਹਨਾਂ ਸਾਰਿਆਂ ਦੀ ਇਮਾਨਦਾਰੀ ਦੀ, ਸ਼ਰਾਫਤ ਦੀ ਤੋਹੀਨ ਹੈ, ਬੇਇੱਜ਼ਤੀ ਹੈ। ਇਸੇ ਕਰਕੇ ਸਾਰੇ ਪੰਜਾਬ ਦੇ ਵਿੱਚ ਐਡਾ ਅਬਾਲਾ, ਐਡਾ ਉਛਾਲਾ, ਐਡਾ ਗੁੱਸੇ ਦੀ ਵੇਵ ਚੱਲ ਪਈ ਹੈ। ਅਸੀਂ ਤੇ ਹੁਣ ਜਦੋਂ ਗੱਲ ਹੋਈ ਹੈ, ਉਹਨਾਂ ਨੇ ਦੇਖੋ ਫਿਰ ਦੁਬਾਰਾ ਕਿਸੇ ਤੇ ਕੋਈ ਦੋਸ਼ ਨਹੀਂ ਲਾਇਆ। ਸਾਰਾ ਮੀਡੀਆ, ਤੁਸੀਂ ਉਹਨਾਂ ਨਾਲ ਜਾ ਕੇ ਇੰਟਰਵਿਊ ਕਰਕੇ ਆਏ, ਅਲੱਗ-ਅਲੱਗ ਚੈਨਲ, ਉਹਨਾਂ ਦਾ ਆਪਣੀ ਗੱਲ ਕਹਿੰਦੇ ਆ ਭਾਵੁਕ ਹੋ ਗਏ, ਅੱਖਾਂ 'ਚ ਅੱਥਰੂ ਆ ਗਏ। ਉਹਦੇ ਬਾਵਜੂਦ ਉਹ ਕਹਿੰਦੇ ਮੈਂ ਇੱਕ ਬਿਲਕੁਲ ਅੰਦਰੋਂ ਉਹਨਾਂ ਨੂੰ ਕਿੰਨਾ ਦੁੱਖ ਉਹਨਾਂ ਨੂੰ ਮਹਿਸੂਸ ਹੋਇਆ ਹੋਏਗਾ ਕਿ ਉਹਨਾਂ ਦੇ ਨਾਲ ਅਜਿਹਾ ਕੀਤਾ ਗਿਆ, ਜਦਕਿ ਇੱਕ ਇਮਾਨਦਾਰ ਡਾਕਟਰ ਰਹੇ ਨੇ, ਆਪਣੀਆਂ ਸੇਵਾਵਾਂ ਵਧੀਆ ਤਰੀਕੇ ਦੇ ਨਾਲ ਮਰੀਜ਼ਾਂ ਨੂੰ ਦਿੰਦੇ ਰਹੇ ਨੇ। ਕਲਸੀ ਸਾਹਿਬ, ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਰਾਜ ਬਹਾਦਰ ਸਾਹਿਬ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਤੋਂ ਸੌਰੀ ਫੀਲ ਕੀਤੀ ਹੈ, ਪਰ ਸਿਹਤ ਮੰਤਰੀ ਸਾਹਿਬ ਦਾ ਹਲੇ ਕਿਧਰੇ ਕੋਈ ਬਿਆਨ ਤੱਕ ਨਹੀਂ ਹੈ? ਮੈਡਮ, ਮੈਂ ਇਸ ਗੱਲ ਤੇ ਕਹਿਣਾ ਕਿ ਜਿਹੜੇ ਮੰਤਰੀਆਂ ਦੀ ਸਿਲੈਕਸ਼ਨ ਜਦੋਂ ਆਮ ਆਦਮੀ ਪਾਰਟੀ ਨੇ ਕੀਤੀ, ਬੜੀਆਂ ਉਮੀਦਾਂ ਸੀ ਸਾਨੂੰ ਇਸ ਨਵੀਂ ਸਰਕਾਰ ਤੋਂ, ਆਲਟਰਨੇਟਿਵ ਪੋਲਿਟਿਕਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਦਾ ਕੁਝ ਕਰਨਗੇ। ਪਰ ਜਿਸ ਤਰ੍ਹਾਂ ਮੰਤਰੀਆਂ ਦੀ ਸਿਲੈਕਸ਼ਨ ਹੋਈ ਤਾਂ ਉਹਦੇ ਤੋਂ ਲੱਗਿਆ ਕਿ ਇਹ ਪਾਰਟੀ ਵੀ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਤੋਂ ਬਿਲਕੁਲ ਕੋਈ ਵੱਖਰਾ ਇਹਦਾ ਕੰਮ ਕਰਨ ਦਾ ਅੰਦਾਜ਼ ਨਹੀਂ ਹੈਗਾ। ਇਹ ਮੰਤਰੀ
ਉਹ ਕਿੰਨੇ ਡਾਕਟਰ ਨੇ ਜਿਹੜੇ ਜਿੱਤ ਕੇ ਆਏ ਨੇ ਇਲੈਕਸ਼ਨ, ਐਮਐਲਏ ਨੇ, ਉਹਨਾਂ ਚੋਂ ਕਿਸੇ ਨੂੰ ਇਸ ਸਿਹਤ ਦਾ ਮਹਿਕਮਾ ਦਿੱਤਾ ਜਾਂਦਾ ਜਿਹਨੂੰ ਪਤਾ ਹੁੰਦਾ ਹਸਪਤਾਲ ਕੀ ਨੇ, ਯੂਨੀਵਰਸਿਟੀਆਂ ਕੀ ਹੁੰਦੀਆਂ ਨੇ, ਔਰ ਇਹ ਵਾਈਸ ਚਾਂਸਲਰ ਦਾ ਜਿਹੜਾ ਉਹਦੀ ਕ੍ਰੈਡੀਬਿਲਿਟੀ ਕੀ ਹੁੰਦੀ ਹੈ। ਮੈਨੂੰ ਯਾਦ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਿਤੇ ਸੂਰਜਪਾਨ ਹੋਇਆ ਕਰਦੇ ਸੀ, ਸੀਐਮ ਕੋਲੇ ਕਿਸੇ ਕੰਮ ਚਲੇ ਗਏ, ਉਹ ਸੀਐਮ ਉੱਠ ਕੇ ਖੜੇ ਹੋ ਕੇ ਕਹਿੰਦੇ ਤੁਸੀਂ ਕਿਉਂ ਆਏ, ਮੈਂ ਤੁਹਾਡੇ ਕੋਲ ਆਉਣਾ ਸੀਗਾ, ਯੂਨੀਵਰਸਿਟੀ ਆਉਣਾ ਮੈਂ ਤੁਹਾਡੇ। ਵਾਈਸ ਚਾਂਸਲਰ ਵੀ ਤਾਂ ਐਡਾ ਇੰਟੈਲੈਕਟ, ਇੰਨਾ ਉਹ ਜਿਹੜਾ ਇੱਜ਼ਤਮਾਨ ਹੁੰਦਾ ਸਮਾਜ ਦੇ ਵਿੱਚ, ਤੇ ਇਹ ਨਾਲ ਮੀਡੀਆ ਨਾਲ ਕੈਮਰੇ, ਜਿਵੇਂ ਪੁਲਿਸ ਨੇ ਛਾਪਾ ਮਾਰਨਾ ਹੁੰਦਾ। ਔਰ ਇਹ ਆਮ ਆਦਮੀ ਪਾਰਟੀ ਦਾ ਰੁਝਾਨ ਜਦੋਂ ਇਹ ਜਿੱਤੇ ਸੀ ਐਮਐਲਏ ਨੇ ਇਦਾਂ ਸਟੂਡੈਂਟ ਜਾ ਕੇ ਕੀਤਾ ਸੀ, ਸਕੂਲਾਂ ਦੇ ਟੀਚਰਾਂ ਨੂੰ ਚੈੱਕ ਕਰੋ, ਉੱਥੇ ਸਕੂਲਾਂ ਨੂੰ ਉਹਨੂੰ ਰੋਬ ਮਾਰ, ਉਹਨੂੰ ਰੋਬ ਮਾਰ, ਜਿਵੇਂ ਇਹ ਐਮਐਲਏ ਜਿਹੜੇ ਨੇ ਉਹ ਪੁਲਿਸ ਦਾ ਕੰਮ ਕਰ ਰਹੇ ਹੋਣ। ਇਹ ਸਰਕਾਰਾਂ ਏਦਾਂ ਕੰਮ ਕਰਦੀਆਂ ਹੁੰਦੀਆਂ, ਇਹ ਬਹੁਤ ਹੀ ਸ਼ਰਮਨਾਕ ਕਾਰਾ ਹੈ। ਸੀਐਮ ਦੀ ਮਾਫੀ ਮੰਗਣ ਨਾਲ ਵੀ ਕੁਛ ਨਹੀਂ ਹੁੰਦਾ, ਮੈਂ ਸਮਝਦਾ। ਜਿੰਨੀ ਦੇਰ ਤੱਕ ਇਹ ਮੰਤਰੀ ਨੂੰ ਹਟਾਇਆ ਨਹੀਂ ਜਾਂਦਾ, ਇਹੋ ਜਿਹੇ ਲਾਇਕ ਬੰਦੇ ਮੰਤਰੀ ਦੇ ਉਹ ਤੇ ਲਾਇਆ ਜਾਂਦਾ, ਉਨੀ ਦੇਰ ਮੈਨੂੰ ਲੱਗਦਾ ਕਿ ਇਹ ਸਾਰੀ ਘਟਨਾ ਦੀ ਭਰਪਾਈ ਨਹੀਂ ਹੋਈ। ਬਿਲਕੁਲ ਗਰੇਵਾਲ ਸਾਹਿਬ, ਜਿਸ ਤਰ੍ਹਾਂ ਕਿ ਹੁਣ ਹੋਇਆ, ਮੈਡੀਕਲ ਐਸੋਸੀਏਸ਼ਨ ਅਗਾਊਂ ਕੀ ਸੋਚ ਰਹੀ ਹੈ? ਤੁਹਾਡੇ ਕੋਲ ਕੁਝ ਇਨਫੋਰਮੇਸ਼ਨ ਹੋਏ ਕਿ ਹੁਣ ਇਸ ਤਰ੍ਹਾਂ ਦੇ ਕਦਮ ਨੇ ਜਿਹੜੇ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ ਚੁੱਕੇ ਜਾਣਗੇ ਜਾਂ ਸਰਕਾਰ ਦੇ ਸਾਹਮਣੇ ਆਹ ਵਾਲੀਆਂ ਸ਼ਰਤਾਂ ਰੱਖੀਆਂ ਜਾਣਗੀਆਂ? ਦੇਖੋ, ਡਾਕਟਰ ਕੋਈ ਵੀ ਛੋਟੇ ਤੋਂ ਲੈ ਕੇ ਸੀਨੀਅਰ ਤੋਂ ਲੈ ਕੇ ਜੂਨੀਅਰ ਤੱਕ, ਅਫਸਰਾਂ ਵਿੱਚ ਵੀ ਜੀ, ਸਾਰੇ ਆਮ ਲੋਕਾਂ ਵਿੱਚ ਵੀ ਇਸ ਦਾ ਬਹੁਤ ਭਾਰੀ ਰੋਸ ਹੈਗਾ। ਇਸ ਕੰਮ ਵਿੱਚ ਜਿੰਨਾ ਹੈ ਜਲਦੀ ਸਰਕਾਰ ਕਰਨ। ਜੇ ਇਹ ਕਹਿੰਦੇ ਵੀ ਸਾਡਾ ਦਿੱਲੀ ਮਾਡਲ ਇਹ ਹੈਗਾ, ਫਿਰ ਇਹ ਬੜੇ ਭੁੱਲੇ ਫਿਰਦੇ ਨੇ, ਫਿਰ ਪੰਜਾਬ ਵਿੱਚ ਕਿਸੇ ਕ੍ਰਾਂਤੀ ਦੀ ਵੇਟ ਉਡੀਕ ਕਰ ਰਹੇ ਨੇ ਕਿਉਂਕਿ ਜੋ ਇਹਨਾਂ ਦਾ ਸਟਾਈਲ ਜਿੱਦਾਂ ਦੇ ਬਣਿਆ, ਹਰ ਥਾਂ ਇਹਨਾਂ ਦੇ ਐਮਐਲਏਆਂ ਦਾ ਇਹੀ ਆ ਕਿ ਉੱਥੇ ਕੈਮਰਾ ਲੈ ਜਾਓ, 10 ਬੰਦੇ ਇਕੱਠੇ ਕਰ ਲਓ, ਅਫਸਰ ਸਾਹਮਣੇ ਅਫਸਰਾਂ ਦੀ ਬੇਇੱਜ਼ਤੀ ਕਰੋ। ਆਹ ਲੁਧਿਆਣੇ ਪਿੱਛੇ ਜੇ ਥੋੜੇ ਦਿਨ ਹੋਇਆ ਸੀ ਪਹਿਲਾਂ, ਇੱਕ ਆਈਪੀਐਸ ਅਫਸਰ ਨੂੰ ਇੱਕ ਐਮਐਲਏ ਕਹਿੰਦਾ ਕਿ ਤੂੰ ਮੇਰੇ ਹਲਕੇ 'ਚ ਕੀ ਕਰਨਾ ਆ। ਉਹਨਾਂ ਤੋਂ ਪੁੱਛੇ ਕਿ ਵੀ ਕੱਲ ਨੂੰ ਪੁਲਿਸ ਉਹਨਾਂ ਦੇ ਐਮਐਲਏ ਹਲਕੇ ਵਿੱਚ ਚੋਰਾਂ ਨੂੰ ਪੁੱਛਣ ਲਈ ਐਮਐਲਏ ਤੋਂ ਪੁੱਛ ਕੇ ਜਾਊਗੀ। ਇਹ ਹਿਸਾਬ ਨਾਲ ਚੱਲ ਰਿਹਾ ਕੰਮ। ਇਹ ਬੜੀ ਬਦਕਿਸਮਤੀ ਆ ਪੰਜਾਬ ਦੀ। ਲੋਕਾਂ ਨੇ ਤਾਂ ਤਬਦੀਲੀ ਚਾਹੀ ਸੀ, ਲੇਕਿਨ ਇਹ ਤਬਦੀਲੀ ਦੀ ਜਗ੍ਹਾ ਮੇਰੇ ਹਿਸਾਬ ਨਾਲ ਹਾਲ ਦੀ ਘੜੀ ਤਾਂ ਬਰਬਾਦੀ ਹੈ, ਕੱਲ ਦਾ ਪਤਾ ਨਹੀਂ। ਬਿਲਕੁਲ ਮਨਜੀਤ ਜੀ, ਜਿਸ ਤਰ੍ਹਾਂ ਕਿ ਸਰਕਾਰ ਦੇ ਵੱਲੋਂ ਕੰਮ ਕੀਤੇ ਜਾ ਰਹੇ ਨੇ, ਕੈਮਰਾਜ਼ ਨਾਲ ਰੱਖੇ ਜਾਂਦੇ ਨੇ, ਹੁਣ ਵਿਰੋਧੀ ਧਿਰਾਂ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਸਿਰਫ ਫੋਕੀ ਵਾਹਵਾਹੀ ਦੇ ਲਈ ਅਜਿਹਾ ਕੀਤਾ ਜਾ ਰਿਹਾ ਹੈ। ਦੇਖੋ ਮੈਡਮ, ਮੇਰਾ ਤੇ ਬੜਾ ਸਾਫ਼-ਸਾਫ਼ ਕਹਿਣਾ ਕਿ ਜਿਹੜੇ ਵੀ ਮੰਤਰੀ ਜਿਹੜੇ ਹੁਣ ਲਗਾਏ ਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ, ਘਰੋਂ ਚੱਲਣ ਤੇ ਪਹਿਲਾਂ ਇੱਕ ਦਰਵਾਜ਼ੇ ਦੇ ਨੇੜੇ ਇੱਕ ਸ਼ੀਸ਼ਾ ਲਾ ਕੇ ਰੱਖਣ, ਉਹਨੂੰ ਦੇਖ ਕੇ ਆਪਣਾ ਚਿਹਰਾ ਦੇਖ ਕੇ ਫਿਰ ਬਾਹਰ ਜਾਇਆ ਕਰਨ। ਇਹ ਦੂਸਰਿਆਂ ਨੂੰ ਚੋਰ ਸਮਝਦੇ, ਆਪ ਕੀ ਸਮਝਦੇ ਆਪਣੇ ਆਪ ਨੂੰ? ਇਹ ਦੂਜਿਆਂ ਤੇ ਤੁਸੀਂ ਦਾਦਾਗਿਰੀ ਇਸੇ ਕਰਕੇ ਦਿਖਾਉਂਦੇ ਆ ਨਾ ਕਿ ਉਹ ਤੇ ਚੋਰ ਆ ਜੀ, ਉਹ ਕੰਮ ਚੋਰ ਆ ਜੀ, ਉਹ ਕੰਮ ਨਹੀਂ ਜੀ ਕਰਦੇ, ਉਹ ਖਾਈ ਜਾਂਦੇ ਆ ਜੀ। ਤੁਸੀਂ ਦੁੱਧ ਧੋਤੇ ਆ ਗਏ ਸਾਰੇ ਦੇ ਸਾਰੇ। ਕੱਲੇ ਕੱਲੇ ਦੇ ਪੋਤੜੇ ਜੇ ਲੋਕੀ ਨਾ ਫੋਲ ਕੇ ਰੱਖ ਦੇਣਗੇ, ਤੁਸੀਂ ਕਿਵੇਂ ਮਿਨਿਸਟਰ ਲੱਗੇ, ਕਿਵੇਂ ਐਮਐਲਏ ਬਣੇ, ਲੋਕਾਂ ਨੂੰ ਨਹੀਂ ਪਤਾ। ਇਹ ਕੰਮ ਬੰਦ ਕਰ ਦਿਓ ਤੁਸੀਂ। ਬੰਦੇ ਵਾਂਗੂ ਲੋਕਾਂ ਨੇ ਤੁਹਾਨੂੰ ਬਹੁਤ ਆਦਰ ਮਾਣ ਬਖਸ਼ਿਆ, ਤੁਹਾਨੂੰ ਬਹੁਤ ਤੁਹਾਡੇ ਤੋਂ ਉਮੀਦਾਂ ਆ। ਲੋਕ ਤੰਗ ਹੋ ਕੇ ਤੁਹਾਨੂੰ 42% ਵੋਟਾਂ ਪਾਈਆਂ ਤੇ 92 ਬੰਦੇ ਦਿੱਤੇ ਆ। ਇਹ ਟੀਮ ਨੂੰ ਨਿਮਰਤਾ ਸਹਿਤ ਕੰਮ ਤੇ ਲਾਓ। ਬਿਲਕੁਲ ਕਲਸੀ ਸਾਹਿਬ, ਮੇਰਾ ਇੱਕ ਸਵਾਲ ਤੁਹਾਡੇ ਤੋਂ ਆ ਕਿ ਮੰਤਰੀਆਂ ਦੇ ਅਜਿਹੇ ਵਤੀਰੇ ਤੇ ਕੰਟਰੋਲ ਨਹੀਂ ਲੱਗਣਾ ਚਾਹੀਦਾ, ਜ਼ਾਬਤਾ ਨਹੀਂ ਲਾਇਆ ਜਾਣਾ ਚਾਹੀਦਾ? ਬਿਲਕੁਲ ਲੱਗਣਾ ਚਾਹੀਦਾ ਮੈਡਮ। ਇਹਨਾਂ ਨੂੰ ਕਮ ਸੇ ਕਮ ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਕੈਲੀਬਰ ਦੇਖ ਕੇ ਮੰਤਰੀ ਲਗਾਉਣਾ ਚਾਹੀਦਾ ਹੈ। ਜੇ ਮੰਤਰੀ ਨੂੰ ਕਮ ਸੇ ਕਮ ਆਪਣੇ ਵਿਭਾਗ ਬਾਰੇ, ਜਿਹਨੂੰ ਕੋਈ ਹੁਣ ਜਿਹੜਾ ਮਿਨਿਸਟਰ ਹੈ, ਨਾ ਇਹ ਕਦੇ ਯੂਨੀਵਰਸਿਟੀ, ਨਾ ਕਿਤੇ ਕਾਲਜ, ਨਾ ਕਿਤੇ ਮੈਡੀਕਲ ਕਾਲਜ, ਕਿਤੇ ਇਸ ਦਾ ਦੁਆਰ ਦੇਖਿਆ ਹੀ ਨਹੀਂ ਨੇ। ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਯੂਨੀਵਰਸਿਟੀਆਂ ਕੀ ਚੀਜ਼ ਹੁੰਦੀਆਂ, ਹਾਇਰ ਐਜੂਕੇਸ਼ਨ ਇੰਸਟੀਟਿਊਟ ਕੀ ਹੁੰਦੀਆਂ, ਮੈਡੀਕਲ ਸਾਇੰਸਿਸ ਦੀਆਂ ਇੰਸਟੀਟਿਊਟ ਕੀ ਹੁੰਦੀਆਂ, ਵਾਈਸ ਚਾਂਸਲਰ ਕੀ ਹੁੰਦਾ, ਉਹ ਬੰਦਾ ਆ ਕੇ ਚੈੱਕ ਕਰੇ, ਇੰਸਪੈਕਸ਼ਨ ਕਰੇ, ਤੇ ਇਸ ਤੋਂ ਵੱਡਾ ਦੁਖਾਂਤ ਪੰਜਾਬ ਦਾ ਨਹੀਂ ਹੋ ਸਕਦਾ ਮੈਨੂੰ ਲੱਗਦਾ। ਇਸ ਕਰਕੇ ਇਸ ਕਿਸ ਤਰ੍ਹਾਂ ਦੀ ਕਾਰਵਾਈ, ਗਰੇਵਾਲ ਸਾਹਿਬ ਮਾਫ ਕਰਨਾ, ਟਾਈਮ ਬਹੁਤ ਥੋੜਾ, ਕਲਸੀ ਸਾਹਿਬ ਗਰੇਵਾਲ ਸਾਹਿਬ ਤੋਂ ਵੀ ਪੁਆਇੰਟ ਆਫ ਵਿਊ ਲਵਾਂਗੇ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਚੇਤਨ ਸਿੰਘ ਜੋੜੇ ਮਾਜਰਾ ਤੇ? ਦੇਖੋ ਮੈਡਮ, ਇਸ ਕੰਮ ਵਿੱਚ ਜੇ ਡਾਕਟਰੀ ਇਹਨਾਂ ਨੇ ਠੀਕ ਰੱਖਣੀ ਆ, ਕਿਉਂਕਿ ਡਾਕਟਰ ਰਾਜ ਬਹਾਦਰ ਨਾਲ ਮੇਰੀ ਕੱਲ ਗੱਲ ਹੋਈ ਸੀ। ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦਾ ਹਿੱਸਾ ਸੀ। ਉਹ ਸਵੇਰੇ 11:30 ਵਜੇ ਆਪਰੇਟ ਕਰਕੇ ਨਿਕਲੇ ਨੇ। ਇਹ ਇੱਕ ਉਹ ਬੰਦਾ ਜਿਹੜਾ ਕਿ ਹਫ਼ਤੇ ਵਿੱਚ 8 ਦਿਨ ਕੰਮ ਕਰਦਾ, ਕੋਈ 7 ਦਿਨ ਨਹੀਂ ਕੰਮ ਕਰਦਾ। ਲੋਕੀ ਆਮ ਅਫਸਰ 5 ਦਿਨ ਕੰਮ ਕਰਦੇ ਆ। ਬਿਲਕੁਲ ਦਿਨ ਰਾਤ ਲੱਗਿਆ ਰਹਿੰਦਾ, ਕਦੇ ਆਪਰੇਸ਼ਨ, ਕਦੇ ਬਾਕੀ ਕੰਮ, ਕਦੇ ਆਪਰੇਸ਼ਨ, ਕਦੇ ਬਾਕੀ ਕੰਮ। ਉਹ ਜਦ ਆਏ 11:30 ਵਜੇ ਤੇ ਮੰਤਰੀ ਸਾਹਿਬ ਨੂੰ ਆਪਣਾ ਉਹਨਾਂ ਨੇ ਇੱਕ ਬੁਕੇ ਦਿੱਤਾ। ਬੁਕੇ ਮੰਤਰੀ ਸਾਹਿਬ ਨੇ ਚੱਕ ਕੇ ਮਾਰਿਆ। ਇਹ ਕੀ ਵੀਸੀ ਦੀ ਰਿਸਪੈਕਟ ਆ? ਉਦੋਂ ਬਾਅਦ ਵਾਰਡ 'ਚ ਲਿਜਾ ਕੇ ਉਹਨਾਂ ਨਾਲ ਉਹ ਹਸ਼ਰ ਕੀਤਾ।
ਇਹ ਸਰਕਾਰ ਨੂੰ ਕੰਨ ਖੜੇ ਹੋ ਜਾਣੇ ਚਾਹੀਦੇ ਨੇ। ਜੇ ਇਹੋ ਜਿਹੇ ਬੰਦੇ ਨੂੰ ਮੰਤਰੀ ਜੀ, ਰੱਖਣਗੇ ਜੀ, ਤਾਂ ਲੋਕਾਂ ਦਾ ਇੱਕ ਸਲਾਬ ਇਹੋ ਜਿਹਾ ਉੱਠੂਗਾ ਨਾ, ਸੰਭਲਣਾ ਨਹੀਂ। ਜੀ ਮਨਜੀਤ ਜੀ, ਤੁਹਾਡਾ ਲਾਸਟ ਪੁਆਇੰਟ ਆਫ View ਜਾਨਣਾ ਚਾਹੂੰਗੀ ਕਿ ਕਿਸ ਤਰ੍ਹਾਂ ਦੀ ਕਾਰਵਾਈ ਚੇਤਨ ਸਿੰਘ ਜੋੜੇ ਮਾਜਰਾ ਤੇ ਹੋਣੀ ਚਾਹੀਦੀ ਹੈ, ਕੀ ਕਹਿਣਾ ਚਾਹੋਗੇ? ਬਿਲਕੁਲ ਸਾਫ਼ ਆ, ਉਹਨੂੰ ਤੇ ਛੁੱਟੀ ਕਰਨੀ ਚਾਹੀਦੀ ਆ। ਉਹਨੂੰ ਤੇ ਮੇਰਾ ਖਿਆਲ ਹੈ ਕਿ ਉਹ ਤੇ ਐਮਐਲਏ ਬਣਨ ਦੇ ਵੀ ਲਾਇਕ ਨਹੀਂ। ਲੋਕਾਂ ਨੂੰ ਹੁਣ ਪਛਤਾਵਾ ਹੋ ਰਿਹਾ ਹੋਊਗਾ ਕਿ ਕਿਉਂ ਵੋਟਾਂ ਪਾ ਕੇ ਉਹਨੂੰ ਅਸੈਂਬਲੀ 'ਚ ਭੇਜਤਾ। ਆਹ ਕੰਮ ਕਰਨ ਲਈ ਭੇਜਿਆ, ਲੋਕਾਂ ਦੀ ਬੇਇੱਜ਼ਤੀ ਕਰਨ ਲਈ, ਪੱਗਾਂ ਛਾਲਣ ਲਈ ਭੇਜਿਆ। ਉਹਦੀ ਛੁੱਟੀ ਕਰਨੀ ਚਾਹੀਦੀ ਘੱਟੋ ਘੱਟ ਮਿਨਿਸਟਰੀ ਤੋਂ, ਔਰ ਉਹਨੂੰ ਪਬਲਿਕਲੀ ਮੀਡੀਆ ਦੇ ਸਾਹਮਣੇ ਆ ਕੇ ਮਾਫੀ ਮੰਗਣੀ ਚਾਹੀਦੀ ਆ ਰਾਜ ਬਹਾਦਰ ਤੋਂ, ਤੇ ਸਮੁੱਚੀ ਉਹ ਜਿਹੜੇ ਸਮੁਦਾਇ ਹੈਗੇ ਆ, ਜਿਹੜੇ ਇਮਾਨਦਾਰ ਲੋਕ ਕੰਮ ਕਰ ਰਹੇ ਆ ਇਸ profession ਦੇ ਵਿੱਚ, ਡਾਕਟਰਾਂ ਕੋਲੋਂ, ਕਿ ਮਾਫ ਕਰਨਾ। ਮੈਂ ਬਿਲਕੁਲ ਮਨਜੀਤ ਜੀ, ਲਾਸਟ ਪੁਆਇੰਟ ਆਫ View ਮੈਂ ਕਲਸੀ ਜੀ ਤੋਂ ਵੀ ਲੈਣਾ ਚਾਹਾਂਗੀ। ਕਲਸੀ ਜੀ, ਕਿਸ ਤਰ੍ਹਾਂ ਦੀ ਕਾਰਵਾਈ ਲੱਗਦਾ ਕਿ ਹੋਣੀ ਚਾਹੀਦੀ ਹੈ ਜੋੜੇ ਮਾਜਰਾ ਜੀ ਤੇ? ਮੇਰੇ ਹਿਸਾਬ ਨਾਲ ਤਾਂ ਕਮ ਸੇ ਕਮ ਉਹਨੂੰ ਮੰਤਰੀ ਮੰਡਲ ਚੋਂ ਜ਼ਰੂਰ ਕੱਢ ਦੇਣਾ ਚਾਹੀਦਾ। ਹੀ ਡੋਂਟ ਡਿਜ਼ਰਵ ਟੂ ਬੀ ਅ ਮਿਨਿਸਟਰ, ਔਰ ਸਪੈਸ਼ਲੀ ਹੈਲਥ ਮਿਨਿਸਟਰ ਦੇ ਉਹ ਕਾਬਲ ਨਹੀਂ ਹੈਗਾ। ਉਹਨੂੰ ਬਿਲਕੁਲ ਵੀ ਇਸ ਜਿਹੜਾ ਵਾਈਸ ਚਾਂਸਲਰ ਇਸ ਤਰ੍ਹਾਂ ਦਾ ਬਿਹੇਵ ਕਰ ਸਕਦਾ, ਉਸ ਤੋਂ ਅਸੀਂ ਸਿਹਤ ਸੇਵਾਵਾਂ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਪ੍ਰਾਇੋਰਟੀ ਦੇ ਉੱਪਰ ਆਉਂਦੀਆਂ ਨੇ, ਕਿਵੇਂ ਪ੍ਰਦਾਨ? ਬਿਲਕੁਲ ਕਲਸੀ ਜੀ, ਇੱਕ ਬਹੁਤ ਵੱਡੀ ਆਵਾਜ਼ ਹੈ ਜਿਹੜੀ ਉੱਠ ਖੜੀ ਹੋਈ ਹੈ ਡਾਕਟਰ ਰਾਜ ਬਹਾਦਰ ਦੇ ਹੱਕ ਦੇ ਵਿੱਚ, ਤੇ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਘਿਰਦੀ ਹੋਈ ਨਜ਼ਰ ਆ ਰਹੀ ਹੈ। ਹੁਣ ਵੇਖਣਾ ਇਹ ਹੋਏਗਾ ਕਿ ਸਰਕਾਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਚੇਤਨ ਸਿੰਘ ਜੋੜੇ ਮਾਜਰਾ ਤੇ ਕਰਦੀ ਹੈ। ਫਿਲਹਾਲ ਸਾਡੇ ਮਹਿਮਾਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੋ ਇਸ ਡਿਸਕਸ਼ਨ ਦੇ ਵਿੱਚ ਸਾਡੇ ਨਾਲ ਜੁੜੇ। ਅੱਜ ਦੇ ਲਈ ਇੰਨਾ ਹੀ। ਤੁਸੀਂ ਬਣੇ ਰਹੋ ਫਾਸਟ ਵੀ ਨਿਊਜ਼ ਦੇ ਨਾਲ। ਮੈਨੂੰ ਜਸਮੀਤ ਨੂੰ ਇਜਾਜ਼ਤ ਦਿਓ। ਧੰਨਵਾਦ।